ਸਤਿ ਸ਼੍ਰੀ ਅਕਾਲ ਦੋਸਤੋ, ਰੇਸ ਅਕੈਡਮੀ ਤੇ ਤੁਹਾਡਾ ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੇ ਨਾਲ ਸੰਬੰਧਿਤ ਮੌਕ ਟੈਸਟ ਸੀਰੀਜ਼ ਕੰਟੀਨਿਊ ਕਰਾਂਗੇ। ਤਾਂ ਇਹ ਪਹਿਲਾ ਸੈੱਟ ਹੋਊਗਾ। ਜੀਕੇ ਦੇ ਵਿੱਚ ਤੁਸੀਂ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਿੱਤੀ ਹੈ, ਬਹੁਤ ਮੋਟੀਵੇਸ਼ਨ ਦਿੱਤੀ ਹੈ, ਤਾਂ ਤੁਹਾਡਾ ਬਹੁਤ ਧੰਨਵਾਦ। ਤਾਂ ਕੋਸ਼ਿਸ਼ ਹੁਣ ਇਹ ਰਹੂਗੀ ਕਿ ਕੰਪਿਊਟਰ ਦੇ ਵੀ ਪ੍ਰੈਕਟਿਸ ਸੈੱਟ ਨੇ ਜਿਹੜੇ ਉਹ ਨਾਲ ਚੱਲਣ। ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ, ਕਮੈਂਟ ਕਰਨਾ ਨਾ ਭੁੱਲਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਕਮੈਂਟ ਦੇ ਨਾਲ ਕੀ ਹੈ ਜੀ ਤੁਹਾਡੀ ਜਿਹੜੀ ਮੋਟੀਵੇਸ਼ਨ ਆ ਉਹ ਮੇਰੇ ਲਈ ਕੀ ਹੈਗੀ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਾ ਕੰਮ ਕਰਦੀ ਹੈ। ਠੀਕ ਹੈ ਜੀ। ਅਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲ। ਅਤੇ ਕੋਈ ਵੀ ਰਾਏ ਦੇਣੀ ਹੋਵੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਉਹੀ ਤਰੀਕਾ ਰਹੂਗਾ ਜਿਵੇਂ ਆਪਾਂ ਜੀਕੇ ਪੜ੍ਹਾਂਗੇ ਤਾਂ ਰਿਵੀਜ਼ਨ ਮੇਰਾ ਧਿਆਨ ਆ ਜਿਹੜਾ ਉਹ ਸਿਰਫ ਅਤੇ ਸਿਰਫ ਰਿਵੀਜ਼ਨ ਵੱਲ ਹੈ। ਸੋ ਆਪਾਂ ਕੋਈ PhD ਨਹੀਂ ਕਰਨੀ ਕੰਪਿਊਟਰ 'ਤੇ। ਸਿੰਪਲ ਜੋ ਪੇਪਰ ਦੇ ਵਿੱਚ ਕੁਐਸਚਨ ਬਣ ਜਾਂਦਾ ਸਿੱਧੇ ਦੇਸੀ ਢੰਗ ਦੇ ਨਾਲ ਮੈਂ ਉਹ ਕਰਵਾਊਂਗਾ। ਤਾਂ ਜੇਕਰ ਵਧੀਆ ਲੱਗਿਆ ਤਾਂ ਜ਼ਰੂਰ ਦੱਸ ਕੇ ਜਾਇਓ ਆਪਦੇ ਕਮੈਂਟ ਬਾਕਸ ਦੇ ਵਿੱਚ ਰਾਏ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਆ ਕੰਪਿਊਟਰ ਹਾਰਡਵੇਅਰ। ਇਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕੰਪਿਊਟਰ ਹਾਰਡਵੇਅਰ ਨਹੀਂ ਹੈਗਾ? ਤਾਂ ਧਿਆਨ ਰੱਖਿਓ। ਦੇਖੋ ਜੀ ਆਪਾਂ ਚੈੱਕ ਕਰਦੇ ਆਪਸ਼ਨ ਦੇ ਵਿੱਚ ਕਿਵੇਂ ਬਣਦੀ ਹੈ ਗੱਲ। ਦੇਖੋ ਜੀ ਐਂਟੀਵਾਇਰਸ ਨਹੀਂ ਜੀ, ਇਹ ਕੀ ਹੈ ਜੀ ਇੱਕ ਤਰ੍ਹਾਂ ਦਾ ਸੋਫਟਵੇਅਰ ਹੈ, ਤਾਂ ਇਹ ਆਪਸ਼ਨ ਗਲਤ ਹੋ ਗਈ। ਮੋਨੀਟਰ ਹਾਰਡਵੇਅਰ ਹੈ ਜੀ, ਪ੍ਰਿੰਟਰ ਵੀ ਹਾਰਡਵੇਅਰ ਹੈ ਜੀ, ਅਤੇ ਤੁਹਾਡਾ ਮਾਊਸ ਵੀ ਕੀ ਹੈ ਜੀ ਇਹ ਹਾਰਡਵੇਅਰ ਹੈ। ਠੀਕ ਹੈ ਜੀ ਗੱਲ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਪਹਿਲੀ ਆਪਸ਼ਨ ਆਊਗੀ। ਠੀਕ ਹੈ ਜੀ ਗੱਲ। ਤਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ, ਸੋਫਟਵੇਅਰ ਹੁੰਦਾ ਜੀ ਇੱਕ, ਕੀ ਹੁੰਦਾ ਹੈਗਾ ਹਾਰਡਵੇਅਰ ਹੁੰਦਾ ਹੈਗਾ। ਠੀਕ ਹੈ ਜੀ ਗੱਲ। ਸੋਫਟਵੇਅਰ ਕੀ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਹੈਗੇ। ਠੀਕ ਹੈ ਜੀ ਗੱਲ। ਤਾਂ ਜਿੰਨੇ ਵੀ ਐਪਲੀਕੇਸ਼ਨਸ ਵਗੈਰਾ ਹੁੰਦੀਆਂ ਨੇ ਕੰਪਿਊਟਰ ਦੇ ਅੰਦਰ, ਠੀਕ ਹੈ, ਉਹ ਸੋਫਟਵੇਅਰ ਦੀ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇਗੀਆਂ। ਜਿਹਨੂੰ ਆਪਾਂ ਆਪਾਂ ਕੀ ਕਹਿੰਦੇ ਨੇ ਹੱਥ ਲਾ ਸਕੀਏ ਤਾਂ ਉਹ ਕੀ ਹੋ ਜਾਂਦਾ ਜੀ ਹਾਰਡਵੇਅਰ ਹੋ ਜਾਂਦਾ। ਠੀਕ ਹੈ ਜੀ ਗੱਲ। ਤਾਂ ਪੇਪਰ ਦੇ ਵਿੱਚ ਇੱਕ ਕੁਐਸਚਨ ਪੁੱਛ ਲੈਂਦੇ ਆ, ਐਕਸਟਰਾ ਇਨਫੋਰਮੇਸ਼ਨ ਦੱਸਦਾ ਜਾ ਰਿਹਾ। ਜਿਹੜੀ ਗੱਲ ਨਵੀਂ ਲੱਗੂਗੀ ਉਹ ਤੁਸੀਂ ਕੀ ਹੈ ਜੀ ਆਪਦੀ ਕਾਪੀ ਦੇ ਉੱਤੇ ਲਿਖ ਲੈਣੀ ਹੈ ਜਿੱਥੇ ਤੁਹਾਡੇ ਨੋਟਸ ਬਣੇ ਹੋਏ ਨੇ। ਜੇਕਰ ਨੋਟਸ ਨਹੀਂ ਬਣੇ ਹੈਗੇ ਤਾਂ ਨੋਟਸ ਬਣਾਉਣੇ ਲਾਜ਼ਮੀ ਨੇ। ਨੋਟਸ ਤੋਂ ਬਿਨਾਂ ਪੇਪਰ ਨਹੀਂ ਕਲੀਅਰ ਹੁੰਦਾ। ਠੀਕ ਹੈ ਜੀ ਗੱਲ। ਤਾਂ ਉਹ ਆਪਾਂ ਇਹਦਾ ਪੋਸਟਮਾਰਟਮ ਕਰਦੇ ਹਾਂ ਜੀ ਕੁਐਸਚਨ ਦਾ। ਫਾਦਰ ਆਫ ਕੰਪਿਊਟਰ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਤੁਹਾਨੂੰ ਕਿਹਨੂੰ ਕਿਹਾ ਜਾਂਦਾ ਜੀ? ਤਾਂ ਉਹ ਕਿਹਾ ਜਾਂਦਾ ਜੀ ਚਾਰਲਸ ਬੇਬਜ਼ ਨੂੰ। ਧਿਆਨ ਰੱਖਿਓ, ਚਾਰਲਸ ਬੇਬਜ਼ ਨੂੰ ਕੀ ਕਿਹਾ ਜਾਂਦਾ ਜੀ? ਫਾਦਰ ਆਫ ਕੰਪਿਊਟਰ ਕਿਹਾ ਜਾਂਦਾ ਜੀ। ਡਿਫਰੈਂਸ ਇੰਜਣ ਦੇ ਉੱਤੇ ਕੀ ਹੈ ਜੀ ਇਹਨਾਂ ਨੇ ਵਰਕ ਕੀਤਾ ਸੀਗਾ। ਠੀਕ ਹੈ ਜੀ ਗੱਲ। ਕੰਪਿਊਟਰ ਦੇ ਉੱਤੇ ਧਿਆਨ ਰੱਖਿਓ। 2 ਦਸੰਬਰ ਨੂੰ ਕੀ ਬਣਾਇਆ ਜਾਂਦਾ ਹੈ ਜੀ? ਕੰਪਿਊਟਰ ਲਿਟਰੇਸੀ ਡੇ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ। ਕਦੋਂ ਜੀ? ਇੱਕ ਦਿਨ ਬਾਅਦ, 1 ਦਸੰਬਰ ਤੋਂ ਇੱਕ ਦਿਨ ਬਾਅਦ ਕੀ ਹੈ ਜੀ ਕੰਪਿਊਟਰ ਲਿਟਰੇਸੀ ਡੇ ਮਨਾਇਆ ਜਾਂਦਾ ਹੈ। ਕਿਵੇਂ ਯਾਦ ਰੱਖੋਗੇ? 1 ਦਸੰਬਰ ਨੂੰ ਕੀ ਬਣਾਇਆ ਜਾਂਦਾ ਹੈ ਜੀ? ਏਡਜ਼ ਡੇ ਮਨਾਇਆ ਜਾਂਦਾ ਹੈ। ਠੀਕ ਹੈ ਜੀ ਗੱਲ। ਅਤੇ 2 ਦਸੰਬਰ ਨੂੰ ਕੀ ਬਣਾਇਆ ਜਾਂਦਾ ਜੀ? ਕੰਪਿਊਟਰ ਲਿਟਰੇਸੀ ਡੇ ਬਣਾਇਆ ਜਾਂਦਾ ਹੈ। ਏਡਜ਼ ਡੇ ਵਾਸਤੇ ਕੀ ਹੈ ਜੀ ਇੱਕ ਐਲੀਜ਼ਾ ਟੈਸਟ ਹੁੰਦਾ ਗਾ, ਇਹ ਵੀ ਤੁਸੀਂ ਯਾਦ ਰੱਖ ਲਿਓ। ਸੋ ਮੈਂ ਹੁਣ ਜੀਕੇ ਦੇ ਵਿੱਚ ਨਹੀਂ ਜਾਊਂਗਾ। ਠੀਕ ਹੈ, ਇੰਨੀਆਂ ਗੱਲਾਂ ਹੋ ਗਈਆਂ। ਹੁਣ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਆਪਸ਼ਨ ਦੇ ਵਿੱਚ ਹੋਰ ਦੱਸਦਾ ਚੀਜ਼। ਦੇਖੋ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣਾ ਮੋਨੀਟਰ ਕੀ ਚੀਜ਼ ਹੁੰਦੀ ਹੈ? ਮੋਨੀਟਰ ਕੀ ਹੈ ਜੀ ਇੱਕ ਹਾਰਡਵੇਅਰ ਡਿਵਾਈਸ ਹੈ, ਕੀ ਹੈ ਜੀ ਸਾਨੂੰ ਆਊਟਪੁੱਟ ਦਿੰਦਾ ਹੈਗਾ। ਠੀਕ ਹੈ ਨਾ ਜੀ ਗੱਲ। ਪ੍ਰਿੰਟਰ ਵੀ ਕੀ ਹੈ ਜੀ ਇੱਕ ਆਊਟਪੁੱਟ ਡਿਵਾਈਸ ਹੈ। ਠੀਕ ਹੈ ਜੀ ਗੱਲ। ਅਤੇ ਮਾਊਸ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਕਿ ਮਾਊਸ ਦੇ ਜਿਹੜੇ ਇਨਵੈਂਟਰ ਨੇ ਉਹਨਾਂ ਦਾ ਨਾਂ ਦੱਸੋ, ਤਾਂ ਤੁਸੀਂ ਕਹੋਗੇ ਜੀ ਡਗਲਸ ਇਲੈਂਗਬਰਟ। ਸਪੈਲਿੰਗ ਐਰਰ ਹੋ ਜੇ ਤਾਂ ਧਿਆਨ ਰੱਖਿਓ, ਕੋਈ ਇਹਦੇ ਨਾਲ ਆਪਾਂ ਨੂੰ ਕੋਈ ਨੇ ਸਪੈਲਿੰਗ ਨਹੀਂ ਚੈੱਕ ਕਰਨੇ। ਡਗਲਸ ਇਲੈਂਗਬਰਟ ਕਿਹਦੇ ਇਨਵੈਂਟਰ ਨੇ ਜੀ? ਮਾਊਸ ਦੇ ਇਨਵੈਂਟਰ ਨੇ। ਮਾਊਸ ਦੇ ਉੱਤੇ ਕਿੰਨੀਆਂ ਕੀ ਸੁੱਚਾਂ ਜਿਹੀਆਂ ਹੁੰਦੀਆਂ ਜੀ? 2 ਹੁੰਦੀਆਂ ਨੇ, ਇੱਕ ਲੈਫਟ ਕਲਿੱਕ ਅਤੇ ਇੱਕ ਰਾਈਟ ਕਲਿੱਕ। ਚਲੋ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ। ਠੀਕ ਹੈ। ਸੋ ਮੈਂ ਥੋੜ੍ਹੇ ਜਿਹੇ ਫਾਊਂਡਰ ਹੋਰ ਯਾਦ ਕਰਾ ਦਿੰਦਾ। ਰਿਪੀਟ ਕਰਦੇ ਜਾਵਾਂਗੇ, ਹਰ ਇੱਕ ਕੁਐਸਚਨ ਦੇ ਵਿੱਚ ਕਰਾਂਗੇ, ਹਰ ਇੱਕ ਵੀਡੀਓ ਦੇ ਵਿੱਚ ਕਰਾਂਗੇ। ਅੱਕਿਓ ਨਾ ਥੱਕਿਓ ਨਾ। ਠੀਕ ਹੈ ਜੀ ਗੱਲ। ਤਾਂ ਮਾਊਸ ਦਾ ਮੈਂ ਤੁਹਾਨੂੰ ਦੱਸਤਾ ਡਗਲਸ ਇਲੈਂਗਬਰਟ। ਯਾਦ ਇਹ ਤਾਂ ਹੋਊਗਾ ਜੇ ਲਿਖ ਕੇ ਪ੍ਰੈਕਟਿਸ ਕਰੋਗੇ। ਅਤੇ ਜੇ ਤੁਹਾਨੂੰ ਕੀਬੋਰਡ ਦਾ ਪੁੱਛ ਲਏ ਤਾਂ ਉਹਦਾ ਤੁਸੀਂ ਨਾਂ ਕੀ ਦਿਓਗੇ ਜੀ? ਲੈਥਮ ਸ਼ੋਲਸ। ਕੀਬੋਰਡ ਦਾ ਜਿਹੜਾ ਇਨਵੈਂਟਰ ਹੈ ਕੌਣ ਹੈ ਜੀ? ਲੈਥਮ ਸ਼ੋਲਸ। ਕੀਬੋਰਡ ਦੇ ਉੱਤੇ ਜੀ ਸਾਰਿਆਂ ਨਾਲੋਂ ਵੱਡੀ ਕੀ ਕਿਹੜੀ ਹੁੰਦੀ ਹੈ ਜੀ? ਤਾਂ ਤੁਸੀਂ ਕਹੋਗੇ ਜੀ ਸਪੇਸ ਬਾਰ ਹੈ ਜਿਹੜੀ ਉਹ ਸਾਰਿਆਂ ਨਾਲੋਂ ਵੱਡੀ ਹੁੰਦੀ ਹੈ। ਠੀਕ ਹੈ ਜੀ ਗੱਲ। ਹੋਰ ਤੁਹਾਨੂੰ ਮੈਂ ਫਾਊਂਡਰ ਦੱਸ ਦਿੰਦਾ। ਪੇਪਰ 'ਚ ਤੁਹਾਨੂੰ ਪੁੱਛ ਲਏ ਐਪਲ ਕੰਪਿਊਟਰਸ ਦੇ ਫਾਊਂਡਰ ਕੌਣ ਨੇ ਜੀ? ਤੁਸੀਂ ਕਹੋਗੇ ਸਟੀਵ ਜੋਬਸ। ਠੀਕ ਹੈ ਜੀ। ਐਟ ਪ੍ਰੈਜੈਂਟ ਐਪਲ ਦਾ ਜਿਹੜਾ CEO ਹੈਗਾ, ਕਰੰਟ ਅਫੇਅਰ ਦਾ ਕੁਐਸਚਨ ਹੈ ਜੇ ਪੁੱਛ ਲਏ ਤਾਂ। ਠੀਕ ਹੈ, ਹੁਣ ਤੱਕ ਦੀ ਇਨਫੋਰਮੇਸ਼ਨ ਜਿੰਨੀ ਤੱਕ ਮੈਨੂੰ ਪਤਾ ਮੈਨੂੰ ਲੱਗਦਾ ਟਿਮ ਕੁੱਕ ਹੈ। ਠੀਕ ਹੈ ਜੀ ਗੱਲ। ਟਿਮ ਕੁੱਕ ਹੈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਇਹ ਚੇਂਜ ਤਾਂ ਨਹੀਂ ਹੋਇਆ ਹੈਗਾ। ਟਿਮ ਕੁੱਕ ਯਾਦ ਰੱਖਿਓ। ਠੀਕ ਹੈ ਜੀ। ਜਿਹਨੂੰ ਆਪਾਂ ਚੀਫ ਐਗਜ਼ੀਕਿਊਟਿਵ ਆਫਿਸਰ ਕਹਿ ਦਿੰਦੇ ਹਾਂ। ਐਪਲ ਕੰਪਿਊਟਰ ਦਾ ਕੌਣ ਹੈ? ਸਟੀਵ ਜੋਬਸ। ਠੀਕ ਹੈ ਜੀ ਗੱਲ। ਧਿਆਨ ਰੱਖਿਓ ਪੇਪਰ 'ਚ ਤੁਹਾਨੂੰ ਪੁੱਛ ਲਏ ਕਿ IC ਚਿਪਸ ਦਾ ਜਿਹੜਾ ਫਾਊਂਡਰ ਆ ਕੌਣ ਹੈ? ਤਾਂ ਤੁਸੀਂ ਕਹੋਗੇ ਜੀ JS ਕਿਲਬੀ।
JS ਕਿਲਬੀ। ਕਈ ਕਿਤਾਬਾਂ ਦੇ ਵਿੱਚ ਜਾਂ ਗੂਗਲ ਦੇ ਵਿੱਚ ਸਰਚ ਕਰਦੇ ਹੋ ਤਾਂ ਰੋਬਰਟ ਨੋਇਸ ਵੀ ਮਿਲ ਜਾਂਦਾ ਹੈ, ਠੀਕ ਹੈ ਜੀ। ਉਹ ਡਿਪੈਂਡ ਕਰਦਾ ਕੁਐਸਚਨ ਪਾਉਣ ਵਾਲੇ 'ਤੇ, ਤਾਂ ਕਿਹੋ ਜਿਹੀ ਆਪਸ਼ਨ ਪਾਉਂਦਾ ਤਾਂ ਉਹ ਯਾਦ ਰੱਖਿਓ। ਵੈਸੇ JS ਕਿਲਬੀ ਮੈਂ ਪੜ੍ਹਿਆ ਹੋਇਆ ਪ੍ਰੋਪਰ, ਠੀਕ ਹੈ ਜੀ ਗੱਲ, ਤਾਂ ਧਿਆਨ ਰੱਖਿਓ। ਹੋਰ ਤੁਹਾਨੂੰ ਆਪਾਂ ਕੀ ਯਾਦ ਕਰਾ ਸਕਦੇ ਹਾਂ, ਫਾਊਂਡਰ ਆਫ ਸੀ ਲੈਂਗੁਏਜ। ਸੀ ਲੈਂਗੁਏਜ ਸਾਰਿਆਂ ਨੇ ਪੜ੍ਹੀ ਹੋਊਗੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਕੀ ਹੈ ਜੀ BSc ਕੰਪਿਊਟਰ ਵਗੈਰਾ ਦੀ ਕੀਤੀ ਹੈ ਜਾਂ BCA ਵਗੈਰਾ MSc ਕੀਤੀ ਹੈ। ਤਾਂ ਸੀ ਦੇ ਕੌਣ ਨੇ ਜੀ, ਡੈਨਿਸ ਰਿਚੀ, ਡੈਨਿਸ ਰਿਚੀ, ਠੀਕ ਹੈ ਜੀ। WWW, ਠੀਕ ਹੈ ਜੀ। WWW ਮਤਲਬ ਫੁੱਲ ਫਾਰਮ ਕੀ ਹੈ, ਵਰਲਡ ਵਾਈਡ ਵੈਬ। ਇਹਦੇ ਫਾਊਂਡਰ ਕੌਣ ਨੇ ਜੀ, ਟਿਮ ਬਰਨਰ ਲੀ। ਮੈਂ ਤੁਹਾਨੂੰ ਸ਼ਾਰਟ ਤਰੀਕੇ ਨਾਲ ਵੀ ਯਾਦ ਕਰਾ ਸਕਦਾ, ਪਰ ਨਾ ਵੀਡੀਓ ਲੰਬੀ ਹੋ ਜਾਂਦੀ ਹੈ, ਟਾਈਮ ਆਪਣੇ ਕੋਲ ਥੋੜ੍ਹਾ ਹੁੰਦਾ, ਤਾਂ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਲਾਂਗੇ। ਤਾਂ ਇਹਦੇ ਵਿੱਚ ਵੀ 3 ਅੱਖਰ ਨੇ, ਠੀਕ ਹੈ ਜੀ। ਇਹਦੇ ਨਾਮ ਦੇ ਵਿੱਚ ਵੀ 3 ਮਤਲਬ ਵਰਡਸ ਨੇ, ਤਾਂ ਇੱਥੋਂ ਯਾਦ ਰੱਖ ਸਕਦੇ ਹੋ। WWW ਦੇ ਕੌਣ ਨੇ ਜੀ, ਟਿਮ ਬਰਨਰ ਤੇ ਲੀ। ਟਿਮ ਬਰਨਰ ਲੀ ਇੱਕੋ ਬੰਦੇ ਦਾ ਨਾਮ ਹੈ ਜੀ ਇਹ, ਠੀਕ ਹੈ। ਵਰਲਡ ਵਾਈਡ ਵੈਬ ਕਹਿੰਦੇ ਨੇ। ਇੰਟਰਨੈਟ ਦਾ ਪੇਪਰ ਦੇ ਵਿੱਚ ਪੁੱਛ ਲੈਣ ਕੌਣ ਹੈ ਜੀ, ਵਿੰਟ ਸਰਫ। ਵਿੰਟ ਸਰਫ ਯਾਦ ਰੱਖ ਲਓਗੇ, ਇੰਟਰਨੈਟ ਦੇ ਹੈ, ਠੀਕ ਹੈ ਜੀ। ਆਪਾਂ ਹੋਰ ਕਿਹਦਾ ਯਾਦ ਰੱਖ ਸਕਦੇ ਹਾਂ, ਠੀਕ ਹੈ ਜੀ। ਚਲੋ ਇੰਨਾ ਕਾਫੀ। ਅਗਲੇ ਕੁਐਸਚਨ 'ਚ ਆਪਾਂ ਦੇਖਦੇ ਹਾਂ ਚੱਲ ਕੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਉਹ ਕੀ ਆ ਜਾਊਗਾ ਜੀ, 1 ਆਪਸ਼ਨ ਆ ਜਾਊਗਾ। ਵਿਚ ਕਮਾਂਡ ਵਿਲ ਯੂ ਯੂਜ਼ ਇਨ ਪਾਵਰ ਪੁਆਇੰਟ ਇਫ ਯੂ ਨੀਡ ਟੂ ਚੇਂਜ ਦਾ ਕਲਰ ਆਫ ਡਿਫਰੈਂਟ ਆਬਜੈਕਟਸ ਵਿਦਾਊਟ ਚੇਂਜਿੰਗ ਦਾ ਕੰਟੈਂਟ। ਬੱਚਿਓ ਸਿੱਧਾ ਯਾਦ ਰੱਖਣਾ ਪਊਗਾ। ਜੇ ਪਾਵਰ ਪੁਆਇੰਟ ਪੜ੍ਹਨ ਬੈਠੋਗੇ ਤਾਂ ਪ੍ਰੋਪਰ ਇੱਕ ਪ੍ਰੈਕਟੀਕਲ ਨੌਲੇਜ ਹੋਣੀ ਚਾਹੀਦੀ ਹੈ, ਸੋ ਇਹਨੂੰ ਸਿੱਧਾ ਯਾਦ ਰੱਖ ਲਿਓ। ਰਿਪੀਟ ਹੁੰਦੇ ਨੇ ਮੋਸਟਲੀ ਕੁਐਸਚਨ ਕੰਪਿਊਟਰ ਦੇ ਪੇਪਰ ਦੇ ਵਿੱਚ। ਤਾਂ ਡੀ ਕਲਰ ਸਕੀਮ ਹੈ ਜਿਹੜੀ ਉਹ ਤੁਹਾਨੂੰ ਕੀ ਹੈ ਜੀ ਮਤਲਬ ਕੱਢਣੀ ਪਊਗੀ, ਕਿਉਂਕਿ ਇਹ ਕੀ ਹੈ ਜੀ ਪ੍ਰੈਕਟੀਕਲ ਸਬਜੈਕਟ ਹੈ। ਤਾਂ ਇਹ ਸਿੱਧਾ ਯਾਦ ਰੱਖ ਲਿਓ। ਮਤਲਬ ਜੇ ਤੁਸੀਂ ਕਲਰ ਨੂੰ ਚੇਂਜ ਕਰਨਾ ਹੈ ਤਾਂ ਡਿਫਰੈਂਟ ਆਬਜੈਕਟਸ ਵਿਦਾਊਟ ਚੇਂਜਿੰਗ ਦਾ ਕੰਟੈਂਟ ਨੂੰ ਚੇਂਜ ਕੀਤੇ ਬਿਨਾਂ ਤਾਂ ਤੁਸੀਂ ਕਿਹੜੀ ਮਤਲਬ ਖੋਲੋਗੇ, ਠੀਕ ਹੈ ਜੀ, ਕਮਾਂਡ ਲਾਓਗੇ, ਕਲਰ ਸਕੀਮ ਲਗਾਓਗੇ, ਠੀਕ ਹੈ ਜੀ ਗੱਲ। ਧਿਆਨ ਰੱਖਿਓ, ਇੰਪੋਰਟੈਂਟ ਹੈ। ਆਪਣੇ ਮਤਲਬ ਮਾਈਕਰੋਸੋਫਟ ਆਫਿਸ ਦੇ ਵਿੱਚ ਕੀ ਹੈ ਜੀ 3 ਐਪਲੀਕੇਸ਼ਨ ਸੋਫਟਵੇਅਰ ਨੇ, ਠੀਕ ਹੈ ਜੀ। ਕਿਹੜੇ ਕਿਹੜੇ, ਇੱਕ MS ਵਰਡ ਹੈ, ਠੀਕ ਹੈ ਜੀ, ਇੱਕ MS ਐਕਸਲ ਹੈ, ਇੱਕ ਕਿਹੜਾ ਜੀ ਪਾਵਰ ਪੁਆਇੰਟ ਹੈ, ਠੀਕ ਹੈ ਜੀ ਗੱਲ। ਤਾਂ ਪੇਪਰ ਦੇ ਵਿੱਚ ਪੁੱਛ ਲੈਣਗੇ ਇਹਨਾਂ ਵਿੱਚੋਂ ਐਪਲੀਕੇਸ਼ਨ ਸੋਫਟਵੇਅਰ ਕਿਹੜਾ ਨਹੀਂ ਹੈਗਾ। ਤਾਂ ਇਹਨਾਂ 3 ਤੋਂ ਇਲਾਵਾ ਕੁਛ ਹੋਰ ਪਾਇਆ ਪਿਆ ਹੋਊਗਾ, ਧਿਆਨ ਰੱਖਿਓ, ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ, ਇੰਪੋਰਟੈਂਟ ਕੁਐਸਚਨ ਹੈ। ਚੌਥਾ ਆਪਸ਼ਨ ਹੈ ਜਿਹੜਾ ਇਹਦਾ ਕੀ ਆ ਜਾਊਗਾ ਜੀ, ਠੀਕ ਹੈ ਜੀ। ਇਹਦੇ ਨਾਲ ਸੰਬੰਧਿਤ ਤੁਸੀਂ ਯਾਦ ਰੱਖਣੀ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਥਿਸੈਰਸ ਟੂਲ ਇਨ MS ਵਰਡ ਇਜ਼ ਯੂਜ਼ਡ ਫॉर। ਹਰ ਇੱਕ ਦੂਜੇ ਪੇਪਰ ਦੇ ਵਿੱਚ ਇਹ ਕੁਐਸਚਨ ਪੱਕਾ ਮਿਲਦਾ ਹੀ ਮਿਲਦਾ ਪੰਜਾਬ ਦੇ ਵਿੱਚ ਜੀ। ਤਾਂ ਥਿਸੈਰਸ ਟੂਲ ਹੈ ਜਿਹੜਾ ਉਹ ਕਾਹਦੇ ਲਈ ਵਰਤਿਆ ਜਾਂਦਾ ਹੈ, ਸਿਨੋਨਿਮਸ ਐਂਡ ਐਂਟੋਨੀਮਸ। ਯਾਦ ਰੱਖਿਓ, ਇੰਪੋਰਟੈਂਟ ਹੈ, ਠੀਕ ਹੈ ਜੀ ਗੱਲ। ਥੋੜ੍ਹਾ ਜਿਹਾ ਮੈਂ ਤੁਹਾਨੂੰ ਥਿਸੈਰਸ ਟੂਲ ਦੀ ਪੇਪਰ 'ਚ ਸ਼ਾਰਟਕਟ ਕੀ ਬਹੁਤ ਪੁੱਛਦਾ ਹੈਗਾ। ਸ਼ਾਰਟਕਟ ਕੀਜ਼ ਦੇ ਉੱਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ। ਮੋਸਟਲੀ ਇਹ ਵੀਡੀਓ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ 5-7 ਸ਼ਾਰਟਕਟ ਕੀਜ਼ ਯਾਦ ਕਰਵਾ ਜਾਂ, ਠੀਕ ਹੈ। ਤਾਂ ਥਿਸੈਰਸ ਵਾਸਤੇ ਜਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ, ਕਿਹੜੀ ਵਰਤੀ ਜਾਂਦੀ ਹੈ ਜੀ, ਸ਼ਿਫਟ ਪਲੱਸ F7। ਸ਼ਿਫਟ ਪਲੱਸ F7 ਹੈ ਜਿਹੜੀ ਉਹ ਥਿਸੈਰਸ ਟੂਲ ਵਾਸਤੇ ਸ਼ਾਰਟਕਟ ਕੀ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਜੇ ਇਕੱਲਾ F7 ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਾਹਦੇ ਲਈ ਵਰਤੀ ਜਾਂਦੀ ਹੈ ਜੀ, ਸਪੈਲ ਚੈੱਕ ਦੇ ਲਈ, ਸਪੈਲ ਚੈਕਿੰਗ ਦੇ ਲਈ ਜਾਂ ਸਪੈਲ ਚੈੱਕ ਦੇ ਲਈ ਕਿਹੜੀ ਕੀ ਵਰਤੀ ਜਾਂਦੀ ਹੈ, F7। ਥਿਸੈਰਸ ਟੂਲ ਲਈ ਕਿਹੜੀ ਵਰਤੀ ਜਾਂਦੀ ਹੈ ਜੀ, ਸ਼ਿਫਟ ਪਲੱਸ F7। ਹੁਣ ਮੈਂ ਥੋੜ੍ਹਾ ਜਿਹਾ MS ਵਰਡ ਦੇ ਬਾਰੇ ਤੁਹਾਨੂੰ ਮੈਂ ਸਮਝਾ ਦਿੰਦਾ। MS ਵਰਡ ਜਦੋਂ ਤੁਸੀਂ ਖੋਲ੍ਹਦੇ ਹੋ ਤਾਂ ਉੱਤੇ ਜਿਹੜਾ ਕੀ ਹੁੰਦਾ ਜੀ, ਇੱਕ ਲੰਮੀ ਜਿਹੀ ਲਾਈਨ ਹੁੰਦੀ ਹੈ, ਉਹਦੇ ਤੋਂ ਉੱਤੇ ਲਿਖਿਆ ਹੁੰਦਾ MS ਵਰਡ। ਤਾਂ ਉੱਥੇ ਫਾਈਲ ਦਾ ਨੇਮ ਕੀ ਹੁੰਦਾ ਜੀ, ਡਾਕੂਮੈਂਟ। ਉੱਤੇ ਡਾਕੂਮੈਂਟ ਲਿਖਿਆ ਹੋਊਗਾ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਉਹਨੂੰ ਕੀ ਕਹਿ ਦਿੰਦੇ ਆਪਾਂ, ਟਾਈਟਲ ਬਾਰ ਕਹਿ ਦਿੰਦੇ ਹਾਂ, ਧਿਆਨ ਰੱਖਿਓ, ਠੀਕ ਹੈ ਜੀ ਗੱਲ। MS ਵਰਡ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਦੱਸ ਦਿੰਦਾ, MS ਵਰਡ ਨੂੰ ਆਪਾਂ ਕਿੰਨਾ ਮੈਕਸੀਮਮ ਜ਼ੂਮ ਕਰ ਸਕਦੇ ਹਾਂ, ਤਾਂ 500% ਕਰ ਸਕਦੇ ਹਾਂ। ਮਿਨੀਮਮ ਜ਼ੂਮ ਕਿੰਨਾ ਕਰ ਸਕਦੇ ਹਾਂ, ਤਾਂ 10% ਕਰ ਸਕਦੇ ਹਾਂ, ਠੀਕ ਹੈ ਜੀ ਗੱਲ। ਇਹ ਗੱਲ ਤੁਸੀਂ ਭੁੱਲੋਗੇ ਨਹੀਂ। ਹੋਰ ਦੱਸਦਾ ਤੁਹਾਨੂੰ ਮੈਂ ਹੁਣ। ਪੇਪਰ 'ਚ ਪੁੱਛ ਲਏ ਬਾਏ ਡਿਫੋਲਟ, ਇੱਕ ਪੇਪਰ 'ਚ ਪੁੱਛ ਲੈਂਦੇ ਨੇ ਬਾਏ ਡਿਫੋਲਟ ਦਾ ਮਤਲਬ ਆਟੋਮੈਟਿਕ, ਹੈ ਨਾ। ਤਾਂ ਕੰਪਿਊਟਰ ਦੇ ਵਿੱਚ ਕਿਹੜੀ ਲੈਂਗੁਏਜ ਹੁੰਦੀ ਹੈ, ਤਾਂ ਕੈਲੀਬਰੀ ਹੁੰਦੀ ਹੈ। ਕੰਪਿਊਟਰ ਦੇ ਵਿੱਚ ਨਹੀਂ ਜੀ, MS ਵਰਡ ਦੇ ਵਿੱਚ, ਠੀਕ ਹੈ। ਦੇਖਿਓ ਤੁਸੀਂ ਧਿਆਨ ਨਾਲ, ਕਦੇ ਜਦੋਂ ਟਾਈਪਿੰਗ ਕਰਦੇ ਹੋ ਨਾ ਤਾਂ ਕੈਲੀਬਰੀ ਲੈਂਗੁਏਜ ਹੁੰਦੀ ਹੈ। ਅਤੇ ਫਿਰ ਆਪਾਂ ਫੌਂਟ ਚੇਂਜ ਕਰਕੇ ਕਿਹੜਾ ਕਰ ਲੈਂਦੇ ਹਾਂ, ਮਤਲਬ ਪੰਜਾਬੀ ਦਾ ਕਰ ਲੈਂਦੇ ਜਾਂ ਕੋਈ ਇੰਗਲਿਸ਼ ਦਾ, ਠੀਕ ਹੈ ਜੀ ਗੱਲ। ਤਾਂ ਕੈਲੀਬਰੀ ਹੁੰਦੀ ਹੈ, ਠੀਕ ਹੈ ਜੀ ਗੱਲ। ਅਤੇ ਜਿਹੜਾ ਬਾਏ ਡਿਫੋਲਟ ਸਾਈਜ਼ ਹੁੰਦਾ ਪੇਪਰ 'ਚ ਪੁੱਛ ਲਏ ਤਾਂ ਕਿੰਨਾ ਹੁੰਦਾ ਜੀ, 11 ਹੁੰਦਾ, ਠੀਕ ਹੈ ਜੀ ਗੱਲ। ਬਾਏ ਡਿਫੋਲਟ ਸਾਈਜ਼ ਜਿਹੜਾ ਮਿਨੀਮਮ ਹੁੰਦਾ, ਠੀਕ ਹੈ, ਕੁਐਸਚਨ 'ਚ ਇੱਥੇ ਵੇਰੀਏਸ਼ਨ ਆ ਗਈ ਤਾਂ ਉਹ ਕਿੰਨਾ ਹੁੰਦਾ, 8 ਹੁੰਦਾ। ਅਤੇ ਜੇ ਬਾਏ ਡਿਫੋਲਟ ਮੈਕਸੀਮਮ ਪੁੱਛ ਲਏ ਤਾਂ ਕਿੰਨਾ ਹੁੰਦਾ ਜੀ, ਉਹ ਹੁੰਦਾ ਹੈਗਾ 72, ਠੀਕ ਹੈ। 4 ਕੁਐਸਚਨ ਬਣਾਏ ਨੇ। ਬਾਏ ਡਿਫੋਲਟ ਜਿਹੜਾ ਮਤਲਬ ਆਪਣਾ ਫੌਂਟ ਹੁੰਦਾ ਉਹ ਕਿਹੜਾ ਹੁੰਦਾ, ਕੈਲੀਬਰੀ ਹੁੰਦਾ। ਸਾਈਜ਼ ਬਾਏ ਡਿਫੋਲਟ ਕਿਹੜਾ ਹੁੰਦਾ ਜੀ, 11 ਹੁੰਦਾ। ਬਾਏ ਡਿਫੋਲਟ ਮਿਨੀਮਮ ਸਾਈਜ਼ ਕਿੰਨਾ ਹੁੰਦਾ, 8 ਹੁੰਦਾ। ਬਾਏ ਡਿਫੋਲਟ ਮੈਕਸੀਮਮ ਕਿੰਨਾ ਹੁੰਦਾ, 72 ਹੁੰਦਾ। ਕਿਉਂਕਿ ਜਦੋਂ ਨਾ ਤੁਸੀਂ ਖੋਲੋਗੇ ਸਾਈਜ਼ ਉੱਤੇ
ਉੱਤੇ ਪਹਿਲਾਂ ਤਾਂ ਡੱਬੀ 'ਚ 11 ਲਿਖਿਆ ਪਿਆ ਹੁੰਦਾ, ਉਹਦੇ ਨਾਲ ਇੱਕ ਛੋਟਾ ਜਿਹਾ ਐਰੋ ਹੁੰਦਾ ਗਾ, ਜਦੋਂ ਤੁਸੀਂ ਉਹਨੂੰ ਨੱਪ ਕੇ ਦੇਖੋਗੇ ਨਾ ਤਾਂ ਤੁਹਾਨੂੰ ਮਿਨੀਮਮ ਸਾਈਜ਼ 8 ਤੱਕ ਮਿਲੂਗਾ ਅਤੇ ਮੈਕਸੀਮਮ ਕਿੰਨਾ ਮਿਲੂਗਾ 72 ਤੱਕ। ਇਹ ਗੱਲ ਮੈਂ ਕੀਤੀ ਹੈ ਬਾਈ ਡਿਫਾਲਟ ਦੀ। ਪਰ ਜੇ ਬਾਈ ਡਿਫਾਲਟ ਲਿਖਿਆ ਨਹੀਂ ਆਵੇ ਤਾਂ ਆਪਾਂ ਮਿਨੀਮਮ ਕਿੱਥੋਂ ਤੱਕ ਜਾ ਸਕਦੇ ਹਾਂ, ਆਪ ਭਰ ਕੇ ਕਿੱਥੋਂ ਤੱਕ ਜਾ ਸਕਦੇ ਹਾਂ, ਮਿਨੀਮਮ 1 ਤੱਕ ਜਾ ਸਕਦੇ ਹਾਂ, ਮੈਕਸੀਮਮ ਪੇਪਰ ਦੇ ਵਿੱਚ ਪੁੱਛ ਕੇ ਲੈਣ ਕਿੰਨਾ ਜਾ ਸਕਦੇ ਹਾਂ ਜੀ 1638 ਜਾ ਸਕਦੇ ਹਾਂ। ਜੇ ਤੁਸੀਂ 1639 ਭਰ ਦੋਗੇ ਨਾ, ਇੱਕ ਉੱਥੇ ਕੀ ਆ ਜੂਗੀ, ਇੱਕ ਵਾਰਨਿੰਗ ਜੀ ਆ ਜੂਗੀ, ਮਤਲਬ ਤੁਸੀਂ ਨਹੀਂ ਕਰ ਸਕੋਗੇ। ਠੀਕ ਹੈ, ਤਾਂ ਮਿਨੀਮਮ ਕਿੰਨਾ ਹੁੰਦਾ 1 ਅਤੇ ਮੈਕਸੀਮਮ ਕਿੰਨਾ 1638, ਪਰ ਇਹ ਬਾਈ ਡਿਫਾਲਟ ਨਹੀਂ ਹੈਗਾ। ਬਾਈ ਡਿਫਾਲਟ ਕਿੰਨਾ ਹੁੰਦਾ ਜੀ 8 ਅਤੇ 72। ਹੋਰ ਆਪਾਂ MS ਵਰਡ ਦੇ ਬਾਰੇ ਕੀ ਪੜ੍ਹ ਸਕਦੇ ਹਾਂ, ਸ਼ਾਰਟਕਟ ਕੀਜ਼ ਪੜ੍ਹ ਸਕਦੇ ਹਾਂ। ਠੀਕ ਹੈ, ਦੇਖੋ ਦੋ ਤਰ੍ਹਾਂ ਦੀਆਂ ਕੀਜ਼ ਹੁੰਦੀਆਂ ਨੇ, ਇੱਕ ਹੁੰਦੀਆਂ ਟੌਗਲ ਕੀਜ਼, ਲਿਖ ਲਿਓ ਟੌਗਲ ਕੀਜ਼, ਇੱਕ ਹੁੰਦੀਆਂ ਜੀ ਟੌਗਲ ਕੀਜ਼ ਅਤੇ ਮੋਡੀਫਾਇਰ ਕੀਜ਼। ਟੌਗਲ ਕੀਜ਼ ਅਤੇ ਮੋਡੀਫਾਇਰ ਕੀਜ਼ ਦੋ ਤਰ੍ਹਾਂ ਦੀਆਂ ਕੀਜ਼ ਹੁੰਦੀਆਂ ਨੇ। ਠੀਕ ਹੈ, ਅਤੇ ਮੋਡੀਫਾਇਰ ਕੀ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਜੀ 3 ਹੁੰਦੀਆਂ। ਕਿਹੜੀਆਂ ਪੇਪਰ ਦੇ ਵਿੱਚ ਪੁੱਛ ਲੈਂਦੇ ਆ, ਆਲਟ, ਕੰਟਰੋਲ ਅਤੇ ਸ਼ਿਫਟ। ਇਹ ਕਿਹੜੀਆਂ ਕੀਜ਼ ਦੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ, ਮੋਡੀਫਾਇਰ ਕੀ ਦੀ ਕੈਟੇਗਰੀ ਦੇ ਵਿੱਚ ਆਉਂਦੀ ਹੈ। ਐਗਜ਼ਾਮੀਨਰ ਕੁਐਸਚਨ ਕੀ ਬਣਾ ਲੈਂਦਾ, ਇਹਨਾਂ ਤੋਂ ਇਲਾਵਾ ਇੱਕ ਚੌਥੀ ਪਾ ਦੂ, ਦੱਸੋ ਕਹਿੰਦਾ ਕਿਹੜੀ ਮੋਡੀਫਾਇਰ ਕੀ ਨਹੀਂ ਹੈਗੀ, ਤਾਂ ਇਸ ਤਰ੍ਹਾਂ ਦਾ ਕੁਐਸਚਨ ਬਣਾਉਂਦਾ ਤਾਂ ਇਹਨਾਂ ਤਿੰਨਾਂ ਤੋਂ ਇਲਾਵਾ ਜਿਹੜੀ ਚੌਥੀ ਪਾਊਗਾ ਉਹ, ਕਿ ਜੇ ਉਹੀ ਕੁਐਸਚਨ ਉਹਨਾਂ ਦੇ ਸੈੱਟ ਕੀਤੇ ਹੁੰਦੇ ਨੇ ਉਸ ਹਿਸਾਬ ਨਾਲ। ਟੌਗਲ ਕੀਜ਼ ਕਿਹੜੀਆਂ ਹੁੰਦੀਆਂ ਨੇ, ਦੋ ਹੁੰਦੀਆਂ ਨੇ, ਕਿਹੜੀਆਂ ਕੈਪਸ ਲੌਕ ਕੀ। ਠੀਕ ਹੈ, ਅਤੇ ਇੱਕ ਕਿਹੜੀ ਹੁੰਦੀ ਹੈ ਜੀ ਨਾਮ ਲੌਕ ਕੀ। ਠੀਕ ਹੈ ਜੀ ਗੱਲ, ਇਹ ਟੌਗਲ ਕੀ ਦੀ ਕੈਟੇਗਰੀ ਦੇ ਵਿੱਚ ਆ ਜਾਂਦੀ ਹੈ। ਠੀਕ ਹੈ ਜੀ ਗੱਲ, ਤਾਂ ਕਈ ਵਾਰ ਨਾ ਇੱਕ ਗੱਲ ਮੈਨੂੰ ਥੋੜ੍ਹਾ ਜਿਹਾ ਮਤਲਬ ਕੀ ਹੈ, ਕਈ ਵਾਰ ਆਪਾਂ ਫਲੋ ਦੇ ਵਿੱਚ ਚੀਜ਼ ਤਾਂ ਸਹੀ ਬੋਲਣੀ ਹੁੰਦੀ ਹੈ, ਪਰ ਆਪਾਂ ਕੀ ਹੈ ਜੀ ਬਾਏ ਮਿਸਟੇਕ, ਠੀਕ ਹੈ, ਤਾਂ ਆਪਾਂ ਕਈ ਇੱਕ ਅੱਧੀ ਪੁਆਇੰਟ ਮਿਨੀਮਮ ਦਾ ਕੀ ਆਪਣਾ ਫਰਕ ਪੈ ਜਾਂਦਾ ਹੈ ਮਤਲਬ। ਠੀਕ ਹੈ ਜੀ ਗੱਲ, ਤਾਂ ਉਹਦੇ 'ਤੇ ਮਾਈਂਡ ਨਾ ਕਰਿਆ ਕਰੋ। ਠੀਕ ਹੈ, ਕਈ ਵਾਰ ਆਪਣਾ ਮਤਲਬ ਇਰਾਦਾ ਨਹੀਂ ਹੁੰਦਾ ਹੈਗਾ ਗਾ, ਬਾਏ ਮਿਸਟੇਕ ਕਈ ਵਾਰ ਚੀਜ਼ ਆਪਾਂ ਕਹਿ ਨਹੀਂ ਕੁਛ ਹੋਰ ਚਾਹੁੰਦੇ ਹੁੰਦੇ ਹਾਂ, ਮਤਲਬ ਆਪਾਂ ਆਪਦੇ ਤੌਰ 'ਤੇ ਸਹੀ ਦੱਸਦੇ ਹਾਂ, ਪਰ ਉਹ ਕਈ ਵਾਰ ਨਾ ਮਾਊਥ 'ਚੋਂ ਨਿਕਲ ਜਾਂਦੀ ਹੈ। ਠੀਕ ਹੈ ਜੀ ਗੱਲ, ਤਾਂ ਉਹਦੇ ਨਾਲ ਕਾਰਪੋਰੇਟ ਕਰ ਲਿਆ ਕਰੋ ਥੋੜ੍ਹਾ ਜਿਹਾ। ਠੀਕ ਹੈ, MS ਵਰਡ ਦੇ ਵਿੱਚ ਆਪਾਂ ਕੀ ਹੈ ਜੀ ਸ਼ਾਰਟਕਟ ਕੀਜ਼ ਯਾਦ ਰੱਖਦੇ ਹਾਂ, BUI। ਠੀਕ ਹੈ, ਲਿਖਿਆ ਹੋਊਗਾ ਉੱਤੇ ਬੋਲਡ ਦਾ ਹੁੰਦਾ ਸਾਈਨ, ਆਹ ਅੰਡਰਲਾਈਨ ਦਾ ਹੁੰਦਾ, ਆਹ ਇਟੈਲਿਕ ਦਾ ਹੁੰਦਾ। ਤਾਂ ਕੰਟਰੋਲ ਪਲੱਸ B ਜਦੋਂ ਨੱਪੂਗਾ ਤਾਂ ਕੀ ਆ ਜਾਊਗਾ, ਬੋਲਡ ਦੀ ਸ਼ਾਰਟਕਟ ਕੀ ਹੈ। ਠੀਕ ਹੈ, ਕੰਟਰੋਲ ਪਲੱਸ U ਹੈ ਤਾਂ ਅੰਡਰਲਾਈਨ ਦੀ ਸ਼ਾਰਟਕਟ ਕੀ ਹੈ। I ਹੈ ਜਿਹੜਾ ਕੰਟਰੋਲ ਪਲੱਸ I, ਉਹ ਕਾਹਦੇ ਲਈ ਹੈ ਜੀ, ਇਟੈਲਿਕਸ ਦੇ ਲਈ ਹੈ। ਕੀ ਹੈ ਜੀ ਸ਼ਾਰਟਕਟ ਕੀ ਹੈ। ਠੀਕ ਹੈ ਜੀ ਗੱਲ, ਹੁਣ ਆ ਜਾਓ ਜੀ ਬੇਸਿਕਲੀ 4 ਤਰ੍ਹਾਂ ਦੀਆਂ ਅਲਾਈਨਮੈਂਟਸ ਹੁੰਦੀਆਂ ਨੇ, ਕਾਹਦੇ 'ਚ MS ਵਰਡ ਦੇ ਵਿੱਚ 4 ਤਰ੍ਹਾਂ ਦੀਆਂ ਅਲਾਈਨਮੈਂਟਸ ਹੁੰਦੀਆਂ ਨੇ, ਉਹਨਾਂ ਦੀਆਂ ਸ਼ਾਰਟਕਟ ਕੀਜ਼ ਵੀ ਪੜ੍ਹਨੀ ਆਪਾਂ। ਠੀਕ ਹੈ, ਕਿਹੜੀਆਂ ਲੈਫਟ ਅਲਾਈਨਮੈਂਟ ਹੁੰਦੀ ਹੈ, ਰਾਈਟ ਅਲਾਈਨਮੈਂਟ ਹੁੰਦੀ ਹੈ, ਇੱਕ ਕਿਹੜੀ ਹੁੰਦੀ ਹੈ ਜੀ ਜਸਟੀਫਾਈ ਅਲਾਈਨਮੈਂਟ ਹੁੰਦੀ ਹੈ, ਇੱਕ ਕਿਹੜੀ ਹੁੰਦੀ ਹੈ ਸੈਂਟਰ ਅਲਾਈਨਮੈਂਟ ਹੁੰਦੀ ਹੈ। ਠੀਕ ਹੈ ਜੀ ਗੱਲ, ਤਾਂ ਹੁਣ ਇੱਥੇ ਮੈਂ ਸ਼ਾਰਟਕਟ ਕੀ ਬਣਾਊਂਗਾ। ਠੀਕ ਹੈ ਜੀ ਗੱਲ, ਤਾਂ ਉਹਦਾ ਨਾਮ ਕੀ ਹੁੰਦਾ E। ਦੇਖੋ ਜਿਹੜੀ ਲੈਫਟ ਅਲਾਈਨਮੈਂਟ ਹੁੰਦੀ ਹੈ ਇਹਦੇ ਵਾਸਤੇ ਸ਼ਾਰਟਕਟ ਕੀ ਹੈ ਜੀ, ਤਾਂ ਤੁਸੀਂ ਕੰਟਰੋਲ ਪਲੱਸ L ਨੱਪ ਦੋਗੇ। ਰਾਈਟ ਵਾਸਤੇ ਕੀ ਨੱਪ ਦੋਗੇ, ਕੰਟਰੋਲ ਪਲੱਸ R ਨੱਪ ਦੋਗੇ। ਜਸਟੀਫਾਈ ਵਾਸਤੇ ਕੀ ਨੱਪ ਦੋਗੇ, ਕੰਟਰੋਲ ਪਲੱਸ J ਨੱਪ ਦੋਗੇ। ਠੀਕ ਹੈ, ਹੁਣ ਕਨਫਿਊਜ਼ਨ ਪੇਪਰ ਐਗਜ਼ਾਮੀਨਰ ਪਾਉਣ ਵਾਲਾ ਜਿਹੜਾ ਸੈੱਟ ਕਰਦਾ ਉਹ ਕਿਵੇਂ ਕਰਦਾ, ਤਾਂ ਉਹ ਨਾ ਕਹਿੰਦਾ ਹੈਗਾ ਵੀ MS ਵਰਡ ਦੇ ਵਿੱਚ ਸੈਂਟਰ ਲਈ ਜਿਹੜੀ ਅਲਾਈਨਮੈਂਟ ਆਪਾਂ ਸੈੱਟ ਕਰਾਂਗੇ ਤਾਂ ਉਹਦੀ ਸ਼ਾਰਟਕਟ ਕੀ ਦੱਸੋ, ਤਾਂ ਜਵਾਕ ਕੀ ਕਰਦੇ ਨੇ, ਕੰਟਰੋਲ ਪਲੱਸ C ਚੱਕ ਦਿੰਦੇ ਨੇ। ਕਿਉਂ, ਕਿਉਂਕਿ ਉਹਨੂੰ C ਤੋਂ ਸੈਂਟਰ ਸਟਾਰਟ ਹੁੰਦਾ। ਨਹੀਂ ਜੀ, ਤਾਂ ਕੰਟਰੋਲ ਪਲੱਸ E ਜਦੋਂ ਨੱਪੋਗੇ ਤਾਂ ਸੈਂਟਰ ਅਲਾਈਨਮੈਂਟ ਹੋ ਜੂਗੀ, ਧਿਆਨ ਰੱਖਿਓ, ਇੰਪੋਰਟੈਂਟ ਆ। ਠੀਕ ਹੈ ਜੀ ਗੱਲ, ਤਾਂ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ, ਤਾਂ ਬਸ ਇਹੀ ਗੱਲਾਂ ਨੇ ਜਿਹੜੀਆਂ ਉਹ ਤੁਸੀਂ ਮਤਲਬ ਚੰਗੀ ਤਰ੍ਹਾਂ ਪੜ੍ਹਨੀਆਂ ਨੇ, ਸਿਨੋਨਿਮਸ ਅਤੇ ਐਂਟੋਨੀਮਸ। ਠੀਕ ਹੈ ਜੀ ਗੱਲ, ਤਾਂ ਇਹ ਕੁਐਸਚਨ ਤੁਸੀਂ ਯਾਦ ਰੱਖੋਗੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਕਮਾਂਡ enables us to send the same letter to different persons। ਇੱਕ ਮਤਲਬ ਕੀ ਹੈ, ਲੈਟਰ ਨੂੰ, ਸੇਮ ਲੈਟਰ ਨੂੰ ਜੇ ਤੁਸੀਂ ਡਿਫਰੈਂਟ ਟਾਈਪ ਆਫ ਬੰਦਿਆਂ ਨੂੰ ਭੇਜਣਾ ਹੈਗਾ ਤਾਂ ਉਹਦੇ ਲਈ ਤੁਹਾਨੂੰ ਕੀ ਚੀਜ਼ ਕਰਨੀ ਪਊਗੀ ਮੇਲ ਦੇ ਵਿੱਚ, ਤਾਂ ਮੇਲ ਮਰਜ ਕਰਨੀ ਪਊਗੀ। ਮਰਜ ਦਾ ਮਤਲਬ ਐਕਚੁਅਲੀ ਪੰਜਾਬੀ ਦੇ ਵਿੱਚ ਕੀ ਹੁੰਦਾ, ਮਿਲਾਉਣਾ, ਤਾਂ ਮੇਲ ਨੂੰ ਮਿਲਾਉਣਾ। ਐਂ ਯਾਦ ਰੱਖ ਲਿਓ, ਮੇਲ ਮਰਜ ਆ ਜਿਹੜਾ ਇਹਦਾ ਸਹੀ ਆਨਸਰ ਆਊਗਾ, ਪੇਪਰ ਦੇ ਵਿੱਚ ਆਇਆ ਹੋਇਆ। ਠੀਕ ਹੈ ਜੀ ਗੱਲ, ਤਾਂ ਧਿਆਨ ਰੱਖਿਓ। ਹੁਣ ਆਪਾਂ ਆਉਂਦੇ ਹਾਂ ਈਮੇਲ ਦੇ ਉੱਤੇ। ਈਮੇਲ ਦੀ ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਇਲੈਕਟ੍ਰੋਨਿਕ ਮੇਲ। ਪੇਪਰ 'ਚ ਪੁੱਛ ਲੈਣ ਈਮੇਲ ਦੀ ਫੁੱਲ ਫਾਰਮ, ਤੁਸੀਂ ਕਹਿ ਦੋਗੇ ਜੀ ਇਲੈਕਟ੍ਰੋਨਿਕ ਮੇਲ। ਠੀਕ ਹੈ, ਈਮੇਲ ਦੇ ਜਿਹੜੇ ਮਤਲਬ ਕੀ ਹੈਗੀ ਜੀ, ਫਾਊਂਡਰ ਆਪਾਂ ਕਹਿ ਦਈਏ ਜਾਂ ਇਨਵੈਂਟਰ ਕਹਿ ਦਈਏ, ਕੁਛ ਮਰਜ਼ੀ ਕਹਿ ਲਓ। ਠੀਕ ਹੈ ਜੀ ਗੱਲ, ਆਪਣਾ ਕੁਐਸਚਨ ਤਾਂ ਹੀ ਮਤਲਬ ਆਪਾਂ ਨੂੰ, ਤਾਂ ਕੌਣ ਹੈ ਜੀ, ਨਾਂ ਯਾਦ ਰੱਖਣਾ, ਰੇ ਟੋਮਿਲਸਨ। ਠੀਕ ਹੈ ਜੀ ਗੱਲ, ਰੇ ਟੋਮਿਲਸਨ ਕੀ ਨੇ, ਈਮੇਲ ਦੇ ਫਾਊਂਡਰ ਨੇ। ਠੀਕ ਹੈ ਜੀ ਗੱਲ, ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਫਸਟ ਫ੍ਰੀ ਮੇਲ ਕਿਹੜੀ ਸੀਗੀ, ਉਹਦਾ ਨਾਂ ਦੱਸੋ, ਤਾਂ ਉਹ ਕਿਹੜੀ ਸੀਗੀ ਜੀ, ਹੌਟਮੇਲ। ਇਹ ਵੀ ਨਹੀਂ ਤੁਸੀਂ ਭੁੱਲਣਾ ਹੈਗਾ ਗਾ, ਹੌਟਮੇਲ। ਠੀਕ ਹੈ ਜੀ, ਹੌਟਮੇਲ ਬੇਸਿਕਲੀ ਕਿਹਨੇ ਡਰਾਈਵ ਕੀਤੀ ਸੀਗੀ, ਸਬੀਰ ਭਾਟੀਆ ਨੇ। ਠੀਕ ਹੈ ਜੀ ਗੱਲ, ਯਾਦ ਰੱਖੋਗੇ, ਇੰਪੋਰਟੈਂਟ ਹੈ। ਆਪਾਂ ਹੋਰ ਫਾਊਂਡਰ ਪੜ੍ਹ ਲੈਂਦੇ ਹਾਂ, ਪਹਿਲੇ ਵੀ ਕੁਐਸਚਨ ਦੇ ਵਿੱਚ ਵੀ ਦੱਸਿਆ ਸੀਗਾ ਮੈਂ ਤੁਹਾਨੂੰ। ਤਾਂ ਜੇ ਤੁਹਾਨੂੰ ਪੁੱਛ ਲਏ ਕਿ ਐਪਲ ਕੰਪਿਊਟਰ ਦੇ ਸਟੀਵ ਜੋਬਸ, ਸੀ ਲੈਂਗੁਏਜ ਦੇ ਡੈਨਿਸ ਰਿਚੀ, ਠੀਕ ਹੈ,
ਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ, ਇੰਟਰਨੈਟ ਦੇ ਵਿੰਟ ਸਰਫ, ਠੀਕ ਹੈ ਜੀ, ਕੀਬੋਰਡ ਦੇ ਲੈਥਮ ਸ਼ਾਲਜ਼, ਠੀਕ ਹੈ, ਮਾਊਸ ਦੇ ਡਗਲਸ ਅਲੈਂਗਬਰਟ, ਠੀਕ ਹੈ ਜੀ, ਤੇ ਹੋਰ ਆਪਾਂ ਕੀ ਯਾਦ ਸਕਦੇ ਹਾਂ, ਬਲੂਟੁੱਥ ਦੇ ਕੌਣ ਸੀ, ਐਰਿਕਸਨ, ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਬਲੂਟੁੱਥ ਹੈ ਨਾ ਜਿਹੜਾ, ਉਹ ਕਾਹਦੇ 'ਤੇ ਕੰਮ ਕਰਦਾ, ਪੈਨ 'ਤੇ ਕੰਮ ਕਰਦਾ, ਮਤਲਬ ਨੈਟਵਰਕ ਕਿਹੜਾ ਹੁੰਦਾ ਜੀ, ਪੈਨ, ਮਤਲਬ ਪ੍ਰਾਈਵੇਟ ਏਰੀਆ ਨੈਟਵਰਕ, ਸੁਪਰ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਿਓ, ਠੀਕ ਹੈ ਜੀ ਗੱਲ। ਤਾਂ ਹੋਰ ਆਪਾਂ ਬਸ ਇੱਕ ਇਹ ਮੇਲ ਦੇ ਨਾਲ ਸੰਬੰਧਿਤ ਇੱਕ ਕੁਐਸਚਨ ਹੋਰ ਆ ਜਾਂਦਾ ਪੇਪਰ ਦੇ ਵਿੱਚ ਕਿ ਜਿਹੜੀ ਮੇਲ ਹੈ ਨਾ ਉਹਦੇ ਵਿੱਚ ਕੀ ਹੈਗਾ, ਕਿਹੜੀ ਚੀਜ਼ ਨਹੀਂ ਹੁੰਦੀ। ਜਦੋਂ ਤੁਸੀਂ ਮੇਲ ਐਡਰੈਸ ਆਪਦਾ ਭਰਦੇ ਹੋ ਨਾ ਤਾਂ ਉਹਦੇ ਵਿੱਚ ਸਪੇਸ ਨਹੀਂ ਪਾ ਸਕਦੇ ਹੈਗੇ ਤੁਸੀਂ, ਠੀਕ ਹੈ ਜੀ ਗੱਲ। ਤਾਂ ਇਹੀ ਕੁਐਸਚਨ ਬਣਾਇਆ ਹੋਇਆ ਹੈਗਾ, ਠੀਕ ਹੈ, ਮਾੜਾ ਜਿਹਾ ਧਿਆਨ ਨਾਲ ਇਹਨੂੰ ਕਰਿਓ ਸੋਲਵ, ਪੇਪਰ 'ਚ ਆ ਜਾਂਦਾ ਇਹ ਵੀ ਕਿਹੜੀ ਚੀਜ਼ ਹੇਠ ਲਿਖਿਆ ਵਿੱਚੋਂ ਦੱਸੋ ਕਿਹੜੀ ਚੀਜ਼ ਜਿਹੜੀ ਮੇਲ ਦੇ ਵਿੱਚ ਆਪਾਂ ਨਹੀਂ ਹੁੰਦੀ ਹੈਗੀ, ਠੀਕ ਹੈ ਜੀ ਗੱਲ। ਤਾਂ ਸਪੇਸ ਨਹੀਂ ਆਪਾਂ ਦੇ ਸਕਦੇ ਹੈਗੇ ਉਹ 'ਚ, ਠੀਕ ਹੈ ਗੱਲ। ਅਤੇ ਇੱਕ ਪੇਪਰ 'ਚ ਕੁਐਸਚਨ ਹੋ ਜਾਂਦਾ ਜੀ ਕਿ ਸੈਂਡਿੰਗ ਆ ਮੇਲ ਇਜ਼ ਇਕੁਅਲ ਟੂ, ਜੇ ਤੁਸੀਂ ਕਹਿੰਦਾ ਮੇਲ ਭੇਜਦੇ ਹੋ ਤਾਂ ਉਹ ਕਾਹਦੇ ਬਰਾਬਰ ਹੁੰਦੀ ਹੈ, ਤਾਂ ਤੁਸੀਂ ਕਹੋਗੇ ਜੀ ਰਾਈਟਿੰਗ ਆ ਲੈਟਰ, ਇੱਕ ਤਰ੍ਹਾਂ ਦਾ ਲੈਟਰ ਹੀ ਲਿਖਦੇ ਹੁੰਦੇ ਆਪਾਂ, ਪਹਿਲਾਂ ਮਤਲਬ ਲੈਟਰ ਲਿਖਦੇ ਸੀਗੇ, ਠੀਕ ਹੈ। ਤਾਂ ਰਾਈਟਿੰਗ ਆ ਲੈਟਰ, ਪੱਤਰ ਲਿਖਣਾ, ਇੱਕ ਕੀ ਹੈ ਜੀ ਸੈਂਡਿੰਗ ਐਨ ਈਮੇਲ ਦੇ ਬਰਾਬਰ ਹੈ। ਇਲੈਕਟ੍ਰੋਨਿਕ ਮੇਲ ਕੀ ਹੈ ਜੀ, ਇਹਦੀ ਫੁੱਲ ਫਾਰਮ ਹੈ, ਤਾਂ ਮੇਲ ਮਰਜੇ ਦਾ ਕੀ ਆ ਜਾਊਗਾ, ਸਹੀ ਆਨਸਰ ਆ ਜਾਊਗਾ। ਇਨ MS ਵਰਡ ਦਾ ਆਪਸ਼ਨ ਪੋਰਟਰੇਟ ਐਂਡ ਲੈਂਡਸਕੇਪ ਕਮਸ ਅੰਡਰ, ਇਹ ਵੀ ਹਰ ਇੱਕ ਦੂਜੇ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ। ਤਾਂ ਪੇਜ ਓਰੀਐਂਟੇਸ਼ਨ, ਠੀਕ ਹੈ ਜੀ, ਮੈਂ ਘੱਟੋ ਘੱਟ 4 ਸਾਲ ਹੋ ਗਏ ਜੀ ਇਹ ਕੁਐਸਚਨ ਨੂੰ ਹਰ ਇੱਕ ਦੂਜੇ ਪੇਪਰ ਬਾਅਦ ਪੱਕਾ ਦੇਖਦਾ ਹੀ ਦੇਖਦਾ ਜੀ। ਤਾਂ ਲੈਂਡਸਕੇਪ ਅਤੇ ਪੋਰਟਰੇਟ ਕਿਹਦੇ ਵਿੱਚ ਹੁੰਦੇ ਨੇ ਜੀ, ਪੇਜ ਓਰੀਐਂਟੇਸ਼ਨ ਦੇ ਵਿੱਚ ਹੁੰਦੇ ਨੇ। ਦੇਖੋ ਲੈਂਡਸਕੇਪ ਸਮਝਾ ਦਿੰਦਾ ਤੁਹਾਨੂੰ ਮੈਂ, ਜੇ ਤੁਹਾਡੀ ਫੋਟੋ ਮਤਲਬ ਤੁਹਾਡੇ ਕੋਲ ਫੋਨ ਹੈ, ਫੋਨ ਦੀ ਤੁਸੀਂ ਫੋਟੋ ਖਿੱਚਦੇ ਹੋ, ਇੱਕ ਤਾਂ ਐਂ ਕਰਕੇ ਫੋਟੋ ਖਿੱਚਦੇ ਹੋ ਐਂ ਫੜ ਕੇ, ਠੀਕ ਹੈ, ਟੇਢਾ, ਇੱਕ ਤੁਸੀਂ ਲੰਬੇ ਲੋਟ ਫੋਨ ਨੂੰ ਫੜਦੇ ਹੋ, ਠੀਕ ਹੈ ਜੀ ਗੱਲ। ਜਿਹੜਾ ਤਾਂ ਹੈਗਾ ਪੈਵੇਂ ਲੋਟ ਮਤਲਬ ਲਿਟਵੇਂ ਲੋਟ, ਉਹ ਕੀ ਹੁੰਦਾ ਜੀ, ਲੈਂਡਸਕੇਪ ਹੁੰਦਾ, ਠੀਕ ਹੈ। ਅਤੇ ਜਿਹੜਾ ਖੜਵੇਂ ਲੋਟ ਹੁੰਦਾ ਉਹ ਕੀ ਹੁੰਦਾ ਜੀ, ਪੋਰਟਰੇਟ ਹੁੰਦਾ, ਠੀਕ ਹੈ ਜੀ ਗੱਲ। ਹੁਣ ਕੁਐਸਚਨ ਐਗਜ਼ਾਮੀਨਰ ਪਤਾ ਕੀ ਬਣਾਉਂਦਾ, ਪੇਪਰ 'ਚ ਪੁੱਛ ਲੈਂਦਾ ਕਿ ਬਾਏ ਡਿਫਾਲਟ ਜਿਹੜਾ ਪੇਜ ਓਰੀਐਂਟੇਸ਼ਨ ਹੁੰਦਾ ਉਹ ਲੈਂਡਸਕੇਪ ਹੁੰਦਾ ਕਿ ਪੋਰਟਰੇਟ ਹੁੰਦਾ। ਬੱਚੇ ਕੀ ਕਰਦੇ ਨੇ, ਲੈਂਡਸਕੇਪ 'ਤੇ ਲਾ ਜਾਂਦੇ, ਜਿਹੜਾ ਕਿ ਗਲਤ ਹੋ ਜਾਂਦਾ, ਪੋਰਟਰੇਟ ਹੁੰਦਾ ਹੈਗਾ, ਠੀਕ ਹੈ ਜੀ ਗੱਲ। ਪੋਰਟਰੇਟ ਹੁੰਦਾ ਬਾਏ ਡਿਫਾਲਟ ਜਿਹੜਾ ਪੇਜ ਓਰੀਐਂਟੇਸ਼ਨ ਹੁੰਦਾ, ਯਾਦ ਰੱਖੋਗੇ, ਇੰਪੋਰਟੈਂਟ ਆ, ਠੀਕ ਹੈ ਜੀ ਗੱਲ। ਤਾਂ MS ਵਰਡ ਦੇ ਨਾਲ ਸੰਬੰਧਿਤ ਇੱਕ ਮੈਂ ਸ਼ਾਰਟਕਟ ਕੀ ਹੋਰ ਦੱਸ ਦੇਣਾ ਤੁਹਾਨੂੰ ਮੈਂ, CXV, ਇਹ ਤਿੰਨੇ ਸ਼ਾਰਟਕਟ ਕੀਜ਼ ਕੀ ਹੈ ਜੀ, ਤੁਸੀਂ ਇਕੱਠੀਆਂ ਯਾਦ ਰੱਖਣੀਆਂ, ਰਿਪੀਟ ਕਰਦਾ, ਦੇਖੋ ਜੀ CX ਅਤੇ V। ਪੇਪਰ 'ਚ ਪੁੱਛ ਲੈਣਗੇ ਕਿ ਕਾਪੀ ਵਾਸਤੇ ਸ਼ਾਰਟਕਟ ਕੀ ਕਿਹੜੀ ਵਰਤੀ ਜਾਂਦੀ ਹੈ, ਤਾਂ Ctrl+C ਵਰਤੀ ਜਾਂਦੀ ਹੈ, ਠੀਕ ਹੈ। ਕੱਟ ਵਾਸਤੇ ਪੇਪਰ 'ਚ ਪੁੱਛ ਲੈਣ ਸ਼ਾਰਟਕਟ ਕੀ ਕਿਹੜੀ ਵਰਤੀ ਜਾਂਦੀ ਹੈ, ਉਹ ਨਾ Ctrl+C ਵੀ ਪਾਇਆ ਹੁੰਦਾ, ਬੱਚੇ ਭੁਲੇਖੇ ਨਾਲ ਹੀ C ਲਾ ਦਿੰਦੇ ਨੇ, ਠੀਕ ਹੈ। ਤਾਂ ਕੱਟ ਵਾਸਤੇ ਤੁਹਾਨੂੰ ਮੈਂ ਟ੍ਰਿਕ ਦੱਸ ਦੇਣਾ, ਆਹ ਇੱਕ ਲਾਈਨ ਮਾਰੋ, ਉਹਨੂੰ ਕੱਟੋ, ਬਸ ਫਿਰ ਕੀ ਬਣ ਗਿਆ ਜੀ, Ctrl+X ਹੈ ਜਿਹੜਾ, ਉਹ ਕੀ ਹੈ ਜੀ, ਕੱਟ ਵਾਸਤੇ ਸ਼ਾਰਟਕਟ ਕੀ ਬਣ ਗਈ। V ਵਾਸਤੇ ਕਿਹੜੀ ਸ਼ਾਰਟਕਟ ਕੀ ਹੈ ਜੀ, ਮਤਲਬ ਕੀ ਹੈ, Ctrl+V ਵੈਨ ਵਾਲੀ ਪੇਸਟ ਵਾਸਤੇ ਹੈ, ਠੀਕ ਹੈ। ਪੇਸਟ ਵਾਸਤੇ ਜਿਹੜੀ ਸ਼ਾਰਟਕਟ ਕੀ ਹੈ ਉਹ ਕਿਹੜੀ ਹੈ ਜੀ, Ctrl+V, ਧਿਆਨ ਰੱਖੋਗੇ, ਇੰਪੋਰਟੈਂਟ ਆ, ਠੀਕ ਹੈ ਜੀ ਗੱਲ। ਹੋਰ ਸ਼ਾਰਟਕਟ ਕੀ ਦੱਸ ਦਿੰਦਾ ਤੁਹਾਨੂੰ ਮੈਂ, Y ਅਤੇ Z, ਪੇਪਰ 'ਚ ਪੁੱਛ ਲੈਣ Y ਅਤੇ Z ਕੀ ਦੀ ਸ਼ਾਰਟਕਟ ਕੀ ਹੈ ਜੀ, ਤੁਸੀਂ ਅੰਡੂ ਕੀਤਾ ਹੋਊਗਾ ਜੀ, ਅੰਡੂ, ਠੀਕ ਹੈ। ਤਾਂ ਜੇ Ctrl+ ਤੁਸੀਂ Z ਨੱਪ ਦੋਗੇ, ਠੀਕ ਹੈ, ਤਾਂ ਉਹ ਕੀ ਹੋ ਜਾਊਗਾ, ਅੰਡੂ ਹੋ ਜਾਊਗਾ। Ctrl+Y ਮਤਲਬ ਜੇ ਪਿੱਛੇ ਜਾਣਾ ਤੁਸੀਂ ਤਾਂ Z ਤੋਂ ਪਿੱਛੇ ਕੀ ਆਉਂਦਾ, Y ਆਉਂਦਾ, ਤਾਂ Ctrl+Y ਕਾਹਦੇ ਵਾਸਤੇ ਹੈ ਜੀ, ਰੀਡੂ ਵਾਸਤੇ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਪੇਜ ਓਰੀਐਂਟੇਸ਼ਨ, ਇਹਦਾ ਸਹੀ ਆਨਸਰ ਆਊਗਾ। ਪੋਰਟਰੇਟ ਕੀ ਹੁੰਦਾ ਜੀ, ਬਾਈ ਡਿਫਾਲਟ ਪੇਜ ਓਰੀਐਂਟੇਸ਼ਨ ਹੁੰਦਾ, ਠੀਕ ਹੈ ਜੀ ਗੱਲ। MS ਵਰਡ ਦੇ ਵਿੱਚ ਜਿਹੜਾ ਸਾਈਜ਼ ਹੁੰਦਾ ਉਹ ਬਾਈ ਡਿਫਾਲਟ ਕਿੰਨਾ ਹੁੰਦਾ, 11 ਹੁੰਦਾ, ਅਤੇ ਬਾਈ ਡਿਫਾਲਟ ਮਿਨੀਮਮ ਸਾਈਜ਼ ਕਿੰਨਾ ਹੁੰਦਾ, 8 ਹੁੰਦਾ, ਬਾਈ ਡਿਫਾਲਟ ਮੈਕਸੀਮਮ ਸਾਈਜ਼ ਕਿੰਨਾ ਹੁੰਦਾ, 72 ਹੁੰਦਾ, ਠੀਕ ਹੈ ਜੀ ਗੱਲ। ਵੈਸੇ ਤੁਸੀਂ ਜੇ ਮਿਨੀਮਮ ਸਾਈਜ਼ ਕਰ ਸਕਦੇ ਹੋ 1 ਤੱਕ ਕਰ ਸਕਦੇ ਹੋ, ਅਤੇ ਵੱਧ ਤੋਂ ਵੱਧ ਕਿੰਨਾ ਕਰ ਸਕਦੇ ਹੋ, 1638 ਕਰ ਸਕਦੇ ਹੋ, ਠੀਕ ਹੈ ਜੀ ਗੱਲ। ਟੇਬਲਸ ਇਨ MS ਵਰਡ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਿੰਨੇ ਹੁੰਦੇ ਨੇ ਜੀ, 63 ਹੁੰਦੇ ਨੇ, ਇਹ ਵੀ ਮੇਰੇ ਗੱਲ ਯਾਦ ਆ ਗਈ, ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਮੈਕਸੀਮਮ ਜਿਹੜਾ ਜ਼ੂਮ ਕਰ ਸਕਦੇ ਹੋ 500 ਤੱਕ ਕਰ ਸਕਦੇ ਹੋ, ਅਤੇ ਮਿਨੀਮਮ ਕਿੰਨਾ ਕਰ ਸਕਦੇ ਹੋ, 10 ਕਰ ਸਕਦੇ ਹੋ ਵਰਡ ਦੇ ਵਿੱਚ, ਠੀਕ ਹੈ ਜੀ ਗੱਲ। ਤਾਂ ਬਸ ਧਿਆਨ ਰੱਖਿਓ, ਇੰਪੋਰਟੈਂਟ ਹੈ ਇਹ ਸਾਰੀਆਂ ਗੱਲਾਂ। ਵਟ ਇਜ਼ ਦਾ ਸ਼ਾਰਟਕਟ ਕੀ ਟੂ ਸਪਲਿਟ ਆ ਟੇਬਲ, ਸੁਪਰ ਇੰਪੋਰਟੈਂਟ। 2 ਤੋਂ 3 ਕੁਐਸਚਨ ਸ਼ਾਰਟਕਟ ਕੀਜ਼ ਦੇ ਉੱਤੇ ਕੰਪਿਊਟਰ ਦੇ ਵਿੱਚ ਪੱਕਾ ਹੀ ਦੇਖਣ ਨੂੰ ਮਿਲਦੇ ਨੇ। ਤਾਂ ਇਹਦਾ ਜਿਹੜਾ ਆ ਜਾਊਗਾ ਜੀ Ctrl+Shift+Enter B ਆਪਸ਼ਨ, ਦੂਜੀ ਆਪਸ਼ਨ ਦੇ ਵਿੱਚ ਇਹਦਾ ਕੀ ਹੈ ਜੀ, ਆਨਸਰ ਹੈ ਜੀ Ctrl+Shift+Enter ਕਾਹਦੇ ਲਈ ਹੈ ਜੀ, ਸਪਲਿਟ ਟੇਬਲ ਦੇ ਲਈ ਹੈ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੋਰ ਮੈਂ ਤੁਹਾਨੂੰ ਸ਼ਾਰਟਕਟ ਕੀਜ਼ ਦੱਸ ਦਿੰਦਾ, ਜਿਵੇਂ ਕਿ ਦੇਖੋ ਪੇਪਰ 'ਚ ਤੁਹਾਨੂੰ ਪੁੱਛ ਲੈਣ Ctrl+semicolon, Ctrl+Shift+Enter
प्लस सैमीकोलन, ये दोने ਜਿਹੜੀਆਂ शॉर्टकट कीज़ ने ਤੁਸੀਂ ਇਕੱਠੀਆਂ याद रखने ने। कंट्रोल प्लस सैमीकोलन, ठीक है। दूजी ਦੇ ਵਿੱਚ ਕੀ ਆ ਗਿਆ ਜੀ, शिफ्ट ऐड हो गया, बाकी दोने सेम ने, मतलब कंट्रोल प्लस सैमीकोलन। कंट्रोल प्लस सैमीकोलन ਜਿਹੜਾ ਹੈਗਾ ਜੀ ਉਹ ਕਾਹਦੇ ਲਈ ਹੈ ਜੀ, करंट डेट ਦੇ ਲਈ है, ठीक है। कंट्रोल प्लस शिफ्ट प्लस सैमीकोलन ਇਹ ਕਾਹਦੇ ਲਈ है जी, करंट टाइम ਦੇ ਲਈ है, याद रखोगे। मैं रिपीट कर देना, कंट्रोल प्लस सैमीकोलन पुछले पेपर ਦੇ ਵਿੱਚ ਤਾਂ करंट डेट ਦੀ शॉर्टकट की है। कंट्रोल ਦੇ ਵਿੱਚ ਨਾਲ शिफ्ट ਲੱਗ ਜੇ ਤੇ सैमीकोलन ਫਿਰ ਉਹੀ ਆ ਜੇ ਤਾਂ ਕੀ ਹੈ ਜੀ, ਉਹ शॉर्टकट की ਤੁਹਾਡੀ करंट टाइम ਦੇ ਲਈ है, ठीक है। ਆਪਾਂ ਹੋਰ शॉर्टकट कीज़ ਕਿਹੜੀ ਪੜ੍ਹ ਸਕਦੇ ਹਾਂ, ਸੋਨੂੰ पेपर ਦੇ ਵਿੱਚ ਪੁੱਛ ਲੈਣ, शिफ्ट प्लस F9 ਦੀ शॉर्टकट की दसो, तो तुसी लिखोगे जी ये कादी शॉर्टकट की है, यूज़ टू इंसर्ट ब्लैंक फील्ड इन वर्ड फाइल, यूज़ टू इंसर्ट ब्लैंक फील्ड ऑन वर्ड फाइल, ठीक है बच्चों। ये याद रखनी पऊगी, पर याद आई नहीं हैगा भी औखियां चीज़ां ने, लिख के जे 5-7 बार प्रैक्टिस करोगे ना आपे दिमाग दे विच फिट हो जूगी चीज़, ठीक है। थोड़ा जिहा मैं तुहानूं होर दस दिना, एक चीज़ की हुंदी है जी, सुपरस्क्रिप्ट हुंदी है, क्योंकि ये पेपर दे विच क्वेश्चन आउंदे ने। एक की हुंदी है जी, सबस्क्रिप्ट हुंदी है। सुपरस्क्रिप्ट की हुंदी है, जिवें मैं तुहानूं कहदा x दी पावर 3 आ उपर 3 है जिहड़ा की है जी, सुपरस्क्रिप्ट लगी हुई है। सोनू मैं कहते हैं H2O साइंस दे विच पढ़दे हुंदे सी, तां मतलब की वाटर, तो थल्ले जे 2 लिखिया हुंदा तां इह की हुंदी है जी, सबस्क्रिप्ट हुंदी है, ठीक है जी गल। हुण सुपरस्क्रिप्ट ते सबस्क्रिप्ट दी पेपर च ऐ पुछ लैणगे शॉर्टकट की दसो, ठीक है। सुपरस्क्रिप्ट दी ते सबस्क्रिप्ट दी दोनों की इकट्ठी याद रखनी है। तुसी किवें याद रखोगे, सुपरस्क्रिप्ट दी की हुंदी है जी, कंट्रोल शिफ्ट एंड प्लस, 3 जो आह नप्पोगे इकट्ठे तो सुपरस्क्रिप्ट हो जूगी। सबस्क्रिप्ट वास्ते की आ जूगा जी, कंट्रोल प्लस इक्वल, ठीक है। कंट्रोल प्लस इक्वल तो मैंने एक चीज़ होर याद आ गई, जे तुसी अल्ट प्लस इक्वल नप देने हो भुलेखे नाल तां की हो जाता है, आटो सम हो जाता है, ये भी इंपॉर्टेंट है, आटो सम, ठीक है। 3 आ याद हो गई, 2 आ याद हो गई। क्वेश्चन सारे क्वेश्चन ने आपदे विच, तो रिपीट कर देना है। सुपरस्क्रिप्ट है जिहड़ा एक्स क्यूब, मतलब की है 3 उपर की लगी हुई है, सुपरस्क्रिप्ट लगी हुई है। सुपरस्क्रिप्ट की जिहड़ी शॉर्टकट की है जी, वो कंट्रोल प्लस शिफ्ट प्लस है जी, ठीक है। सबस्क्रिप्ट की किहड़ी है जी, कंट्रोल प्लस इक्वल है। आटो सम लई की है जी, अल्ट प्लस इक्वल है, ठीक है जी गल। तो याद रखोगे, होर भी दस सकदा पर सैशन लंबा हो जाऊगा। इंसर्ट डेट, फॉर्मेट पेज नंबर एंड इंसर्ट ऑटो टैक्सट आर बटन्स ऑन द डैश टूल बार। फिक्स क्वेश्चन है जी, तो यह पेपर के आउंदी आउंदा है, तो वह काहदे च हुंदा है जी, हैडर एंड फुटर। जिवें आ तुहाडा पेज हैगा, ठीक है, हैड तो बनया हुआ हैडर, फुट तो बनया हुआ फुटर। उपर जिहड़ी चीज़ हुंदी है वो हैडर हुंदी है, थल्ले जिहड़ी चीज़ हुंदी है वो की हुंदी है, फुटर हुंदी है। जिवें किताबां दे विच पेज नंबर लिखिया हुंदा, 63 नंबर पेज, 64 नंबर पेज, 66 नंबर पेज, जां लिखिया हुंदा जनरल नॉलेज की किताब कंप्यूटर, ठीक है। तो मतलब आपां की हुंदे हैडर फुटर लगे हुंदे ने, तो ठीक है जी गल। तो ये गल्लां तुसीं याद रखणियां ने, तो इहदा तीजा ऑप्शन है जिहड़ा वो सही आंसर आ जाऊगा, ठीक है। जे मैं तुहानूं थोड़ी जी एक शॉर्टकट की होर दस दियां, कंट्रोल प्लस डी, तो काहदी शॉर्टकट की है, फिल द सैल, ठीक है जी गल। फिल द सैल वास्ते शॉर्टकट की किहड़ी है जी, कंट्रोल प्लस डी है जी, ठीक है। 2 शॉर्टकट कीज़ ना तुसीं इकट्ठियां याद रखणियां ने, किहड़ियां-किहड़ियां, एक हैगी है जी शिफ्ट प्लस स्पेस, लिखी चलो इन्हों ध्यान दे नाल, शिफ्ट प्लस स्पेस। एक पुछ ले तुहानूं कंट्रोल प्लस स्पेस। शिफ्ट प्लस स्पेस है जिहड़ा, यह काहदे लिए है जी, सिलैक्ट अंटायर रो वास्ते है, ठीक है। कंट्रोल प्लस स्पेस काहदी शॉर्टकट की है जी, तो तुसीं कहोगे जी, सिलैक्ट अंटायर कॉलम आ, ठीक है जी गल। तो याद रखोगे, इंपॉर्टेंट है। होर आपां की याद रख सकते हैं, पेपर दे विच तुहानूं पुछ लैण कि वर्ड का जिहड़ा मतलब की हैगी, मतलब एक्सटेंशन वो की है जी, तो तुसीं कहोगे जी डॉक है, ठीक है, DOC डॉक, ठीक है। तो याद रखोगे, इंपॉर्टेंट आ। हुण होर भी दस सकदा मैं तुहानूं, जिवें कि तुहानूं पेपर दे विच पुछ लैण, एक्सल हुंदा जिहड़ा, उहदे च की हुंदियां ने जी, रोज़ भी हुंदियां ने ते की हुंदे ने, कॉलम्स हुंदे ने। रोज़ किहड़ियां हुंदियां, लिटवियां लाइनां, कॉलम्स जिहड़ियां मतलब की है इस तरह, ठीक है जी गल, खड़में लोट, ठीक है। हुण क्वेश्चन तुहानूं ये नहीं पुछदा, क्वेश्चन ये पुछूगा कि टोटल रोज़ किन्नियां हुंदियां ने, टोटल कॉलम्स किन्ने हुंदे ने।
ਜੇ ਪੇਪਰ ਦੇ ਵਿੱਚ ਪੁੱਛ ਲਏ ਟੋਟਲ ਰੋਜ਼ ਕਿੰਨੀਆਂ ਨੇ ਤਾਂ ਤੁਸੀਂ ਯਾਦ ਰੱਖੋਗੇ ਜੀ 10 48 576 ਕਾਲਮ ਪੁੱਛ ਲਏ 16 384 रो पुछ ले 10 48 576 कॉलम पुछ ले 16 384 ठीक है जी गल ये याद सब कुछ हो जाऊगा जे करोगे प्रैक्टिस ठीक है जी गल 10 48 576 रोज़ होंदियां ने कॉलम कितनी होंदियां ने 16 384 ठीक है जी 3 तो 4 बार मतलब बोल के देखो आप ऑटोमैटिकली फिट हो जाऊगा दिमाग च पेपर के एक सुपर इंपॉर्टेंट क्वेश्चन पूछ लैंदा कि लास्ट सैल होंदा जिहड़ा एक्सल दे विच उहदा एड्रैस दसो की हुंदा तां तुसीं कहोगे जी XFD 10 48 576 है जिहड़ा वो लास्ट एड्रैस मतलब सैल का एड्रैस होंदा हैगा एक्सल दे विच जिहड़ा हरेक फार्मूला होंदा वो इक्वल टू दे नाल स्टार्ट होंदा है भी गल तुसीं याद रखनी है कदे भुल्लनी नहीं हैगी ठीक है जी गल ते जिथे आपां फार्मूला मतलब की करते हैं एग्जीक्यूट करते हैं तो वो चीज़ नूं की कहा जांदा हैगा जी फार्मूला बार कहा जांदा है ठीक है तो चलते हैं नैक्सट क्वेश्चन वाल टू गो टू आ स्पैसीफिक लोकेशन इन आ वर्ड डॉकूमेंट वी यूज़ ये भी सिंपल की है जी सीधा सीधा क्वेश्चन है जी तो यदा जो सही जवाब आ वो ऑप्शन आप पाउना ही भुल गए तो यदा जो सही जवाब आऊगा वो क्या आऊगा जी बुक मार्क आऊगा ठीक है जी गल बुक मार्क आऊगा ध्यान रखियो इंपॉर्टेंट है बुक मार्क की होंगे जिवें तुसीं ना फोन के गूगल खोलते हो ठीक है वो थल्ले ना प्लेटफॉर्म जो बने होंगे डब्बियां जियां ठीक है जी गल वो की होंगे एक जिवें तुसीं जे करैक्टर वध देखते हो तो करैक्टर आउण लग जाता है ठीक है जे कोई चीज़ तुसीं स्टोर की है मतलब जिहड़ी साइट तुसीं रैगूलर खोलते हो बुक मार्क जिहा बन जाता है ठीक है जी गल तो वही क्वेश्चन है जी ये तो यदा जो सही जवाब आऊगा वो की आऊगा जी बुक मार्क आऊगा तो ध्यान रखियो बुक मार्क आंसर आना जी बच्चों ध्यान रखियो विच ऑफ द फॉलोइंग इज़ नॉट एन एंटीवायरस सॉफ्टवेयर तो सॉफ्टवेयर तो अपने सारे को हुण कंप्यूटर हैगे ने तो एंटीवायरस तो आप चढ़ाते होंगे सीगे कंप्यूटर पर तो सारे पता ही है AVG की एंटीवायरस है जी अवास्ट भी एंटीवायरस चढ़ाया हुआ जी मैकैफे भी की है जी चढ़ाया हुआ कोड रेड है जो वो नहीं है जी एंटीवायरस तो D ऑप्शन है जो सी है सही आंसर आ जाऊगा ध्यान रखियो The process of transferring files from internet to computer is called जे आप ट्रांसफॉर्म करते हैं मतलब की है फाइल्स इंटरनेट तो कंप्यूटर राही तो आप की चीज़ करते हैं तो सारिਆਂ ਨੂੰ पता जी की करते होंगे आप डाउनलोडिंग करते होंगे तो पहला ऑप्शन है जोड़ा की आ जाऊगा सही आंसर आ जाऊगा सोनू पेपर के पुछ लैन कि टोटल रोज़ कितनियां होंदियां ने तो तुसीं कहोगे जी 10 48 576 एक्सल दे विच कॉलम पुछ ले एक्सल दे विच किन्ने हुंदे ने जी 16 384 ठीक है जी सोनू लास्ट सैल का एड्रैस पुछ ले तुसीं कहोगे जी XFD 10 48 576 बच्चों नहीं भुलना रोज़ कितनियां ने 10 48 576 कॉलम्स पुछ ले तो 16 384 लास्ट सैल का एड्रैस पुछ ले XFD 10 48 576 ठीक है जी गल तो याद रखोगे इंपॉर्टेंट है ठीक है जी गल तो जोड़ा भी आप मतलब कि एक्सल के फार्मूला स्टार्ट करते हैं वो इक्वल टू के नाल स्टार्ट होंगे ये भी गल तुसीं याद रखनी है जिथे फार्मूला आप एग्जीक्यूट करते हैं उन्होंने की कहने जी आप फार्मूला बार कहने ये भी गल तुसीं याद रखनी है तो चलते हैं नैक्सट क्वेश्चन वाल ठीक है जी अज आप कंप्यूटर के नाल संबंधित इन्ने क्वेश्चन ही करांगे तो जेकर वीडियो वधिया लगती है तो लाइक करना ना भुलिया करो कमेंट है जिहड़ा मैं फिर कह रहा जी तुहाडा मोटिवेशन का काम करदा मतलब सानू भर दिंदा हैगा की है जी कि होर ज़्यादा वधिया कंटेंट लैके आईए ठीक है जेकर वधिया लगदा यार जरूर मतलब कमेंट बॉक्स दे विच अपनी राय दे के जाया करो जेकर नहीं वधिया लगदा तो भी की चेंजिस आपां की चीज़ां आपां इंप्रूव कर सकते हैं तो दस सकते हो ठीक है जी गल तो तुहाडा बहुत बहुत धन्नवाद सारे पढ़ते रहो।